ਡੀਏ ਤੇ ਫੈਸਲੇ ਦੇਣ ਦੇ ਨੇੜੇ ਹਾਈ ਕੋਰਟ। ਖਾਰਿਜ ਹੋਵੇਗੀ ਮਾਨ ਸਰਕਾਰ ਦੀ ਅਰਜ਼ੀ। 94 ਪੇਜਾਂ ਦੀ ਜੱਜਮੈਂਟ ਨੂੰ ਪਲਟਾਉਣ ਲਈ ਸਰਕਾਰ ਖੇਡ ਰਹੀ ਪੈਂਤੜੇ। ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਹੈ, ਕਿਉਂਕਿ ਅੱਜ 15 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਉਹ ਇਤਿਹਾਸਿਕ ਫੈਸਲਾ ਆ ਸਕਦਾ ਹੈ ਜਿਸ ਨੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੀਤੀ ਕੱਲ ਯਾਨੀ 14 ਜੁਲਾਈ ਨੂੰ ਹਾਈ ਕੋਰਟ ਦੇ ਅੰਦਰ ਜੋ ਕੁਝ ਹੋਇਆ ਉਸਨੇ ਪੂਰੀ ਖੇਡ ਨੂੰ ਪਲਟ ਕੇ ਰੱਖ ਦਿੱਤਾ ਹੈ। ਦੁਪਹਿਰ ਬਾਅਦ ਠੀਕ 3 ਵਜੇ ਜਦੋਂ ਮਾਨਯੋਗ ਐਕਟਿੰਗ ਚੀਫ ਜਸਟਿਸ ਸਾਹਿਬ ਦੀ ਅਦਾਲਤ ਵਿੱਚ ਕਾਰਵਾਈ ਸ਼ੁਰੂ ਹੋਈ ਤਾਂ ਅਦਾਲਤ ਦਾ ਕਮਰਾ ਕਿਸੇ ਜੰਗ ਦੇ ਮੈਦਾਨ ਵਰਗਾ ਪ੍ਰਤੀਤ ਹੋ ਰਿਹਾ ਸੀ। ਪੂਰਾ 1 ਘੰਟਾ ਸ਼ਾਮ 4 ਵਜੇ ਤੱਕ ਨਿਰੰਤਰ ਬਹਿਸ ਚੱਲਦੀ ਰਹੀ। ਇੱਕ ਸ਼ਬਦ ਉੱਤੇ ਕਾਨੂੰਨੀ ਤੀਰ ਚੱਲੇ ਅਤੇ ਸਰਕਾਰ ਦੇ ਵੱਡੇ ਦਾਅਵਿਆਂ ਦੀਆਂ ਤੱਜੀਆਂ ਉੜਦੀਆਂ ਨਜ਼ਰ ਆਈਆਂ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅੱਜ ਹਾਈ ਕੋਰਟ ਪੰਜਾਬ ਸਰਕਾਰ ਦੀ ਅਪੀਲ ਨੂੰ ਖਾਰਿਜ ਕਰਕੇ ਮੁਲਾਜ਼ਮਾਂ ਦੀ ਜਿੱਤ ਤੇ ਮੋਹਰ ਲਗਾ ਦੇਵੇਗਾ ਜਾਂ ਫਿਰ ਸਰਕਾਰ ਕੋਈ ਨਵਾਂ ਪੱਤਾ ਖੇਡਣ ਵਿੱਚ ਕਾਮਯਾਬ ਹੋ ਜਾਵੇਗੀ। ਇਸ ਖਾਸ ਰਿਪੋਰਟ ਵਿੱਚ ਅਸੀਂ ਬੀਤੀ ਕੱਲ ਦੀ ਸੁਣਵਾਈ ਦੇ ਉਸ ਅੰਦਰਲੇ ਸੱਚ ਨੂੰ ਖੋਲਾਂਗੇ ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ। ਬੀਤੀ ਕੱਲ ਯਾਨੀ 14 ਜੁਲਾਈ ਦੀ ਦੁਪਹਿਰ 3 ਵਜੇ ਦਾ ਸਮਾਂ ਹਾਈ ਕੋਰਟ ਦੇ ਕੋਰਟ ਰੂਮ ਵਿੱਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਸੀ। ਮੁਲਾਜ਼ਮਾਂ ਦੇ ਵਕੀਲ ਅਤੇ ਸਰਕਾਰੀ ਪੱਖ ਦੇ ਵਕੀਲ ਆਮੋ ਸਾਹਮਣੇ ਸਨ। ਐਕਟਿੰਗ ਚੀਫ ਜਸਟਿਸ ਸਾਹਿਬ ਨੇ ਜਿਵੇਂ ਹੀ ਫਾਈਲ ਖੋਲੀ, ਬਹਿਸ ਦਾ ਤਾਪਮਾਨ ਇੱਕਦਮ ਵੱਧ ਗਿਆ। ਪੂਰੇ 60 ਮਿੰਟ ਤੱਕ ਇੱਕ ਮਿੰਟ ਮੁਲਾਜ਼ਮਾਂ ਦੇ ਸਾਹ ਰੋਕਣ ਵਾਲਾ ਸੀ। ਸੁਣਵਾਈ ਦੌਰਾਨ ਕਈ ਅਜਿਹੇ ਮੋੜ ਆਏ ਜਿੱਥੇ ਲੱਗਿਆ ਕਿ ਸ਼ਾਇਦ ਸਰਕਾਰ ਕੋਈ ਰਾਹਤ ਲੈ ਜਾਵੇਗੀ, ਪਰ ਅਗਲੇ ਹੀ ਪਲ ਮੁਲਾਜ਼ਮਾਂ ਦੇ ਵਕੀਲਾਂ ਨੇ ਅਜਿਹੀਆਂ ਕਾਨੂੰਨੀ ਦਲੀਲਾਂ ਪੇਸ਼ ਕੀਤੀਆਂ ਕਿ ਪੂਰਾ ਪਾਸਾ ਹੀ ਪਲਟ ਗਿਆ। ਕਈ ਅਪ-ਡਾਊਨ ਦੇਖਣ ਨੂੰ ਮਿਲੇ। ਸਰਕਾਰ ਦੇ ਨੁਮਾਇੰਦੇ ਵਾਰ-ਵਾਰ ਇੱਕੋ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਸਿੰਗਲ ਬੈਂਚ ਦੇ ਫੈਸਲੇ ਤੇ ਸਟੇ ਦਿੱਤੀ ਜਾਵੇ, ਪਰ ਮਾਨਯੋਗ ਜੱਜ ਸਾਹਿਬਾਨ ਦਾ ਰੁਖ ਕੁਝ ਹੋਰ ਹੀ ਇਸ਼ਾਰਾ ਕਰ ਰਿਹਾ ਸੀ। ਪਰ ਇਸ ਪੂਰੀ 1 ਘੰਟੇ ਦੀ ਬਹਿਸ ਦਾ ਉਹ ਕੇਂਦਰ ਬਿੰਦੂ ਕੀ ਸੀ ਜਿਸ ਨੇ ਸਰਕਾਰ ਨੂੰ ਬੈਕਫੁੱਟ ਤੇ ਧੱਕਾ ਦਿੱਤਾ? ਆਖਿਰ ਜੱਜ ਸਾਹਿਬ ਨੇ ਸਰਕਾਰੀ ਵਕੀਲਾਂ ਨੂੰ ਕਿਹੜਾ ਅਜਿਹਾ ਸਵਾਲ ਪੁੱਛਿਆ ਜਿਸ ਦਾ ਜਵਾਬ ਦੇਣ ਵੇਲੇ ਉਹਨਾਂ ਦੇ ਪਸੀਨੇ ਛੁੱਟ ਗਏ? ਇਹ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਬੀਤੀ ਕੱਲ ਦੀ ਸੁਣਵਾਈ ਦਾ ਸਭ ਤੋਂ ਵੱਡਾ ਅਤੇ ਅਹਿਮ ਹਿੱਸਾ ਉਹ ਸੀ ਜਦੋਂ ਅਦਾਲਤ ਦੇ ਅੰਦਰ ਇਹ ਸਮਝਣ ਅਤੇ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਆਖਰ ਡੀਏ ਯਾਨੀ ਮਹਿੰਗਾਈ ਭੱਤੇ ਦਾ ਅਸਲੀ ਅਰਥ ਕੀ ਹੈ। ਅਦਾਲਤ ਵਿੱਚ ਬੜੀ ਗੰਭੀਰ ਚਰਚਾ ਹੋਈ ਕਿ ਮਹਿੰਗਾਈ ਭੱਤਾ ਕੋਈ ਬੋਨਸ ਨਹੀਂ ਹੈ, ਇਹ ਕੋਈ ਦੀਵਾਲੀ ਦਾ ਤੋਹਫਾ ਨਹੀਂ ਹੈ। ਇਹ ਮੁਲਾਜ਼ਮਾਂ ਨੂੰ ਉਦੋਂ ਦਿੱਤਾ ਜਾਂਦਾ ਹੈ ਜਦੋਂ ਦੇਸ਼ ਅਤੇ ਸੂਬੇ ਵਿੱਚ ਮਹਿੰਗਾਈ ਵੱਧਦੀ ਹੈ। ਮਹਿੰਗਾਈ ਦੀ ਮਾਰ ਕਾਰਨ ਮੁਲਾਜ਼ਮਾਂ ਦੀ ਖਰੀਦ ਸ਼ਕਤੀ ਘਟਦੀ ਹੈ ਅਤੇ ਉਸ ਘਾਟੇ ਦੀ ਭਰਪਾਈ ਕਰਨ ਲਈ ਮੁਲਾਜ਼ਮਾਂ ਦੇ ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਇਹ ਭੱਤਾ ਦਿੱਤਾ ਜਾਂਦਾ ਹੈ। ਜੱਜ ਸਾਹਿਬ ਨੇ ਇਸ ਬਿੰਦੂ ਨੂੰ ਬਹੁਤ ਡੂੰਘਾਈ ਨਾਲ ਫੜਿਆ। ਅਦਾਲਤ ਵਿੱਚ ਇਹ ਸੰਕੇਤ ਸਾਫ਼ ਮਿਲ ਰਹੇ ਸਨ ਕਿ ਜੋ ਡੀਏ ਮੁਲਾਜ਼ਮਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਨਿਰੰਤਰ ਮਿਲਦਾ ਆ ਰਿਹਾ ਹੈ ਉਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਹੈ। ਹੁਣ ਸਭ ਤੋਂ ਵੱਡਾ ਸਸਪੈਂਸ ਇਹ ਬਣ ਗਿਆ ਹੈ ਕਿ ਜੇਕਰ ਇਹ ਪੱਤਾ ਮਹਿੰਗਾਈ ਦੀ ਭਰਪਾਈ ਲਈ ਹੈ ਤਾਂ ਪੰਜਾਬ ਸਰਕਾਰ ਇਸ ਨੂੰ ਰੋਕਣ ਦੀ ਜ਼ਿੱਦ ਤੇ ਕਿਉਂ ਅੜੀ ਹੋਈ ਹੈ? ਕੀ ਸਰਕਾਰ ਕੋਲ ਮਹਿੰਗਾਈ ਨੂੰ ਘੱਟ ਕਰਨ ਦਾ ਕੋਈ ਜਾਦੂਈ ਫਾਰਮੂਲਾ ਹੈ ਜਾਂ ਫਿਰ ਇਹ ਸਿਰਫ ਮੁਲਾਜ਼ਮਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਹੈ? ਇਸ ਪੂਰੇ ਵਿਵਾਦ ਦੀ ਜੜ ਅਤੇ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਟਾਲ ਹੈ 8 ਅਪ੍ਰੈਲ 2026 ਦਾ ਉਹ ਇਤਿਹਾਸਿਕ ਫੈਸਲਾ ਜੋ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਸੁਣਾਇਆ ਸੀ। 94 ਪੇਜਾਂ ਦੀ ਉਹ ਲੰਬੀ ਅਤੇ ਵਿਸਥਾਰਪੂਰਵਕ ਜਜਮੈਂਟ ਜਿਸ ਦੇ ਇੱਕ ਪੰਨੇ ਤੇ ਕਾਨੂੰਨ ਦੀ ਮਰਿਆਦਾ ਲਿਖੀ ਹੋਈ ਹੈ। ਉਸ ਜਜਮੈਂਟ ਦਾ ਨਿਚੋੜ ਇਹ ਸੀ ਕਿ ਮਹਿੰਗਾਈ ਭੱਤਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਕਾਨੂੰਨੀ ਹੱਕ ਹੈ। ਇਹ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਕੋਈ ਦਾਨ ਜਾਂ ਖੈਰਾਤ ਨਹੀਂ ਹੈ ਕਿ ਜਦੋਂ ਸਰਕਾਰ ਦਾ ਦਿਲ ਕੀਤਾ ਦੇ ਦਿੱਤਾ ਅਤੇ ਜਦੋਂ ਦਿਲ ਕੀਤਾ ਖੋਹ ਲਿਆ। ਪੰਜਾਬ ਸਰਕਾਰ ਨੇ ਇਸੇ 94 ਪੇਜਾਂ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ LPA ਦਾਇਰ ਕੀਤੀ ਹੈ। ਸਰਕਾਰ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਕਿਸੇ ਵੀ ਤਰ੍ਹਾਂ ਇਸ ਫੈਸਲੇ ਤੇ ਸਟੇ ਲਗਵਾਈ ਜਾਵੇ, ਪਰ ਬੀਤੀ ਕੱਲ ਹੋਈ 6ਵੀਂ ਸੁਣਵਾਈ ਦੌਰਾਨ ਵੀ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲ ਸਕੀ। ਅਦਾਲਤ ਵਿੱਚ ਜਦੋਂ ਡੀਏ ਦੇ ਮੁੱਦੇ ਨੂੰ ਰਿੜਕਿਆ ਗਿਆ ਤਾਂ ਇਹ ਸਵਾਲ ਹਵਾ ਵਿੱਚ ਗੂੰਜਣ ਲੱਗਾ ਕਿ ਜੋ ਹੱਕ ਦਹਾਕਿਆਂ ਤੋਂ ਮਿਲ ਰਿਹਾ ਹੈ ਉਸ ਨੂੰ ਇੱਕ ਝਟਕੇ ਵਿੱਚ ਕਿਵੇਂ ਰੋਕਿਆ ਜਾ ਸਕਦਾ ਹੈ। ਇਸ ਸਵਾਲ ਦਾ ਜਵਾਬ ਬੀਤੀ ਕੱਲ ਸਰਕਾਰ ਦੇ ਕਿਸੇ ਵੀ ਅਧਿਕਾਰੀ ਜਾਂ ਵਕੀਲ ਕੋਲ ਨਹੀਂ ਸੀ ਅਤੇ ਇਹੀ ਸਰਕਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਕੇ ਸਾਹਮਣੇ ਆਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੇਸ ਨੂੰ ਹਾਈ ਕੋਰਟ ਕਿੰਨੀ ਗੰਭੀਰਤਾ ਨਾਲ ਲੈ ਰਿਹਾ ਹੈ। ਪੰਜਾਬ ਹਾਈ ਕੋਰਟ ਵਿੱਚ ਚੱਲ ਰਹੇ ਸਾਰੇ ਕੇਸਾਂ ਵਿੱਚੋਂ ਇਸ ਨੂੰ ਸਭ ਤੋਂ ਅਹਿਮ ਕੇਸ ਮੰਨਿਆ ਜਾ ਰਿਹਾ ਹੈ। ਇਸ ਦਾ ਸਬੂਤ ਇਹ ਹੈ ਕਿ ਇਕੱਲੇ ਇਸੇ ਜੁਲਾਈ ਮਹੀਨੇ ਦੇ ਅੰਦਰ ਹੁਣ ਤੱਕ 6 ਵੱਡੀਆਂ ਸੁਣਵਾਈਆਂ ਹੋ ਚੁੱਕੀਆਂ ਨੇ। ਆਓ ਤੁਹਾਨੂੰ ਤਾਰੀਖਵਾਰ ਦੱਸਦੇ ਹਾਂ ਕਿ ਇਸ ਮਹੀਨੇ ਅਦਾਲਤ ਦੇ ਅੰਦਰ ਕੀ ਖੇਡ ਚੱਲੀ। 1 ਜੁਲਾਈ ਮਹੀਨੇ ਦੀ ਪਹਿਲੀ ਸੁਣਵਾਈ ਜਿੱਥੇ ਸਰਕਾਰ ਨੇ ਆਪਣੀਆਂ ਦਲੀਲਾਂ ਦਾ ਮੁੱਢ ਬੰਨਿਆ। 2 ਜੁਲਾਈ ਅਗਲੇ ਹੀ ਦਿਨ ਦੂਜੀ ਸੁਣਵਾਈ, ਮੁਲਾਜ਼ਮਾਂ ਦੇ ਵਕੀਲਾਂ ਨੇ ਸਰਕਾਰ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ। 6 ਜੁਲਾਈ ਤੀਜੀ ਸੁਣਵਾਈ, ਅਦਾਲਤ ਨੇ ਸਰਕਾਰ ਤੋਂ ਵਿੱਤੀ ਸਥਿਤੀ ਦੇ ਕੁਝ ਅਹਿਮ ਦਸਤਾਵੇਜ਼ ਮੰਗੇ। 9 ਜੁਲਾਈ ਚੌਥੀ ਸੁਣਵਾਈ, ਬਹਿਸ ਹੋਰ ਤਿੱਖੀ ਹੋਈ।
ਮੁਲਾਜ਼ਮਾਂ ਦੇ ਹੱਕ ਵਿੱਚ ਕਈ ਪੁਰਾਣੇ ਫੈਸਲੇ ਪੇਸ਼ ਕੀਤੇ ਗਏ। 13 ਜੁਲਾਈ 5ਵੀਂ ਸੁਣਵਾਈ। ਸਰਕਾਰ ਨੇ ਸਟੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਪਰ ਨਾਕਾਮ ਰਹੀ। 14 ਜੁਲਾਈ 6ਵੀਂ ਸੁਣਵਾਈ, ਜਿੱਥੇ ਡੀਏ ਦੇ ਅਸਲੀ ਅਰਥਾਂ ਤੇ ਮਹਾਬਹਿਸ ਹੋਈ। ਇਹ ਲਗਾਤਾਰ ਹੁੰਦੀਆਂ ਸੁਣਵਾਈਆਂ ਇਸ ਗੱਲ ਦਾ ਸੰਕੇਤ ਹਨ ਕਿ ਮਾਣਯੋਗ ਅਦਾਲਤ ਇਸ ਮੁੱਦੇ ਨੂੰ ਲਟਕਾਉਣਾ ਨਹੀਂ ਚਾਹੁੰਦੀ। ਅਦਾਲਤ ਜਾਣਦੀ ਹੈ ਕਿ ਇਸ ਫੈਸਲੇ ਨਾਲ ਲੱਖਾਂ ਪਰਿਵਾਰਾਂ ਦਾ ਭਵਿੱਖ ਜੁੜਿਆ ਹੋਇਆ ਹੈ। ਪਰ ਹੁਣ ਸਭ ਤੋਂ ਵੱਡਾ ਸਸਪੈਂਸ ਇਹ ਹੈ ਕਿ ਅੱਜ ਯਾਨੀ 15 ਜੁਲਾਈ ਦੀ ਸੁਣਵਾਈ ਵਿੱਚ ਕੀ ਹੋਣ ਵਾਲਾ ਹੈ। ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪਿਛਲੇ 4.25 ਸਾਲਾਂ ਤੋਂ ਜੋ ਮੁਲਾਜ਼ਮ ਜਥੇਬੰਦੀਆਂ ਸੜਕਾਂ ਤੇ ਟੈਂਕੀਆਂ ਤੇ ਚੜ੍ਹ ਕੇ ਲਾਠੀਆਂ ਖਾ ਕੇ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਦਾ ਹੱਕ ਕਿੱਥੇ ਹੈ? ਜਿਹੜੀਆਂ 5-6 ਪ੍ਰਮੁੱਖ ਮੰਗਾਂ ਸਨ, ਉਹਨਾਂ ਤੇ ਅੱਜ ਤੱਕ ਸਰਕਾਰ ਨਾਲ ਸਹਿਮਤੀ ਕਿਉਂ ਨਹੀਂ ਬਣੀ? ਮੁਲਾਜ਼ਮਾਂ ਦਾ ਪੈਂਡਿੰਗ ਡੀਏ ਦੇਣ ਲੱਗੇ ਸਰਕਾਰ ਦੇ ਹੱਥ ਕਿਉਂ ਕੰਬ ਰਹੇ ਨੇ? ਜਦੋਂ ਮੁਲਾਜ਼ਮਾਂ ਦੀ ਸੁਣਵਾਈ ਸਰਕਾਰ ਦੇ ਦਰਬਾਰ ਵਿੱਚ ਨਹੀਂ ਹੋਈ ਤਾਂ ਅੱਜ ਉਹਨਾਂ ਦੀ ਆਖਰੀ ਉਮੀਦ ਦੀ ਕਿਰਨ ਸਿਰਫ ਅਤੇ ਸਿਰਫ ਹਾਈ ਕੋਰਟ ਤੇ ਟਿਕੀ ਹੋਈ ਹੈ। ਪਰ ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਇੱਕ ਰੋਣਾ ਹੈ ਅਤੇ ਉਹ ਰੋਣਾ ਹੈ ਖਾਲੀ ਖਜ਼ਾਨੇ ਅਤੇ ਕਰਜ਼ੇ ਦਾ। ਹੁਣ ਆਪਾਂ ਗੱਲ ਕਰਦੇ ਹਾਂ ਉਸ ਕਾਰਨ ਦੀ ਜਿਸ ਕਰਕੇ ਸਰਕਾਰ ਮੁਲਾਜ਼ਮਾਂ ਨੂੰ ਪੈਸੇ ਦੇਣ ਤੋਂ ਭੱਜ ਰਹੀ ਹੈ। ਸਾਲ 2026 ਵਿੱਚ ਭਗਵੰਤ ਮਾਨ ਸਰਕਾਰ ਨੇ ਮਾਰਕੀਟ ਤੋਂ ਰਿਕਾਰਡ ਤੋੜ ਕਰਜ਼ਾ ਲਿਆ ਹੈ। ਹਾਲਾਂਕਿ ਸਰਕਾਰ ਇਸ ਨੂੰ ਰੂਟੀਨ ਵਿੱਤੀ ਪ੍ਰਬੰਧਨ ਦੱਸਦੀ ਹੈ, ਪਰ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਹੈ। ਅਜੇ 2 ਦਿਨ ਪਹਿਲਾਂ ਯਾਨੀ 10 ਜੁਲਾਈ 2026 ਨੂੰ ਪੰਜਾਬ ਦੇ ਫਾਈਨੈਂਸ ਵਿਭਾਗ ਨੇ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ 1000 ਕਰੋੜ ਦਾ ਤਾਜ਼ਾ ਕਰਜ਼ਾ ਹੋਰ ਲਿਆ ਜਾ ਰਿਹਾ ਹੈ। ਇਹ ਸਟੇਟ ਡਿਵੈਲਪਮੈਂਟ ਲੋਨ ਦੀ ਰੀ-ਇਸ਼ੂਐਂਸ ਹੈ, ਜਿਸ ਦੀ ਨਿਲਾਮੀ ਆਰਬੀਆਈ ਰਾਹੀਂ ਹੋਵੇਗੀ। ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਅਜਿਹੀ ਦਲਦਲ ਵਿੱਚ ਥੱਕ ਰਹੀ ਹੈ ਜਿੱਥੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸਿਰਫ ਇਸੇ ਵਿੱਤੀ ਸਾਲ 2026-27 ਵਿੱਚ ਸਰਕਾਰ ਨੇ ਕਿੰਨੀ ਵਾਰ ਅਤੇ ਕਿੰਨਾ ਕਰਜ਼ਾ ਚੁੱਕਿਆ ਹੈ। ਸਰਕਾਰ ਦਾ ਨੈਟ ਬੋਰੋਇੰਗ ਦਾ ਟੀਚਾ ਹੀ 38,000 ਤੋਂ 43,000 ਕਰੋੜ ਦਾ ਹੈ। ਜੇਕਰ ਮਹੀਨਾਵਾਰ ਆંકੜੇ ਦੇਖੀਏ ਤਾਂ ਅਪ੍ਰੈਲ 2026 ਵਿੱਚ ਲਗਭਗ 2800 ਕਰੋੜ ਦਾ ਕਰਜ਼ਾ ਲਿਆ ਗਿਆ। ਮਈ 2026 ਵਿੱਚ 12 ਤੋਂ 18 ਸਾਲ ਦੇ ਬੌਂਡਾਂ ਰਾਹੀਂ 2500 ਕਰੋੜ ਹੋਰ ਚੁੱਕੇ ਗਏ। ਜੂਨ 2026 ਵਿੱਚ 1000 ਤੋਂ 1500 ਕਰੋੜ ਦੀ ਐਡੀਸ਼ਨਲ ਬੋਰੋਇੰਗ ਦੀ ਨੋਟੀਫਿਕੇਸ਼ਨ ਆਈ ਅਤੇ ਹੁਣ ਜੁਲਾਈ 2026 ਤੱਕ ਇਸ ਨਵੀਂ 1000 ਕਰੋੜ ਦੀ ਰਕਮ ਨੂੰ ਮਿਲਾ ਕੇ ਸਿਰਫ ਪਹਿਲੀ ਤਿਮਾਹੀ ਵਿੱਚ ਹੀ 6300 ਤੋਂ 9500 ਕਰੋੜ ਦਾ ਕਰਜ਼ਾ ਲਿਆ ਜਾ ਚੁੱਕਾ ਹੈ ਅਤੇ ਅਗਲੀ ਤਿਮਾਹੀ ਜੁਲਾਈ-ਸਤੰਬਰ ਲਈ 8800 ਕਰੋੜ ਦੀ ਹੋਰ ਤਿਆਰੀ ਹੈ। ਇਹ ਲੜਾਈ ਹੁਣ ਸਿਰਫ ਕੋਰਟ ਰੂਮ ਤੱਕ ਸੀਮਿਤ ਨਹੀਂ ਰਹਿ ਗਈ। ਇਹ ਪੰਜਾਬ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਚੁੱਕਾ ਹੈ, ਜਿੱਥੇ ਇੱਕ ਪਾਸੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਕੋਰਟ ਦੇ ਹਰ ਆਦੇਸ਼ ਤੇ ਅੱਖ ਟਿਕਾਈ ਬੈਠੇ ਨੇ, ਉੱਥੇ ਹੀ ਪੰਜਾਬ ਦੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੀ ਲੀਡਰਸ਼ਿਪ ਵੀ ਇਸ ਪੂਰੇ ਘਟਨਾਕ੍ਰਮ ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਵਿਰੋਧੀ ਧਿਰਾਂ ਨਿਤ ਦਿਨ ਸਰਕਾਰ ਨੂੰ ਘੇਰ ਰਹੀਆਂ ਨੇ ਕਿ ਜੋ ਸਰਕਾਰ ਬਦਲਾਵ ਦੇ ਦਾਅਵੇ ਕਰਕੇ ਆਈ ਸੀ, ਉਹ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਉਣ ਲਈ ਹਾਈ ਕੋਰਟ ਵਿੱਚ ਲੱਖਾਂ ਰੁਪਏ ਪਾਣੀ ਵਾਂਗ ਵਹਾ ਕੇ ਕਾਨੂੰਨੀ ਲੜਾਈ ਲੜ ਰਹੀ ਹੈ। ਸਰਕਾਰ ਦੀ ਹਰ ਇੱਕ ਚਾਲ ਤੇ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ। ਮੁਲਾਜ਼ਮਾਂ ਦਾ ਰੋਸ ਹੁਣ ਸੜਕਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਦਿਖਾਈ ਦੇ ਰਿਹਾ ਹੈ ਅਤੇ ਹਰ ਕੋਈ ਇਹ ਦੇਖਣਾ ਚਾਹੁੰਦਾ ਹੈ ਕਿ ਮੁਲਾਜ਼ਮਾਂ ਨੂੰ ਕਾਨੂੰਨੀ ਤੌਰ ਤੇ ਹਰਾਉਣ ਦੀ ਸਰਕਾਰ ਦੀ ਇਹ ਕੋਸ਼ਿਸ਼ ਸਫਲ ਹੁੰਦੀ ਹੈ ਜਾਂ ਨਹੀਂ। ਤਾਂ ਸਾਥੀਓ, ਹੁਣ ਅਸੀਂ ਖੜੇ ਹਾਂ ਉਸ ਮੋੜ ਤੇ ਜਿੱਥੇ ਸਭ ਦੀਆਂ ਨਜ਼ਰਾਂ ਅੱਜ ਯਾਨੀ 15 ਜੁਲਾਈ ਦੀ ਸੁਣਵਾਈ ਤੇ ਟਿਕੀਆਂ ਹੋਈਆਂ ਨੇ। ਹੁਣ ਤੱਕ ਦੀਆਂ 6 ਸੁਣਵਾਈਆਂ ਦੇ ਆਧਾਰ ਤੇ ਅਤੇ ਬੀਤੀ ਕੱਲ ਜਿਸ ਤਰ੍ਹਾਂ ਮਾਨਯੋਗ ਜੱਜ ਸਾਹਿਬਾਨ ਨੇ ਡੀਏ ਦੇ ਮੁੱਦੇ ਨੂੰ ਰਿੜਕਿਆ ਹੈ, ਉਸ ਤੋਂ 2 ਵੱਡੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਨੇ। ਪਹਿਲੀ ਸੰਭਾਵਨਾ ਇਹ ਹੈ ਕਿ ਹਾਈ ਕੋਰਟ ਅੱਜ ਪੰਜਾਬ ਸਰਕਾਰ ਦੀ ਐਲਪੀਏ ਨੂੰ ਪੂਰੀ ਤਰ੍ਹਾਂ ਖਾਰਜ ਕਰਕੇ ਸਿੰਗਲ ਬੈਂਚ ਦੇ ਫੈਸਲੇ ਨੂੰ ਬਰਕਰਾਰ ਰੱਖੇ, ਜਿਸ ਦਾ ਮਤਲਬ ਹੋਵੇਗਾ ਮੁਲਾਜ਼ਮਾਂ ਦੀ ਇਤਿਹਾਸਕ ਜਿੱਤ ਅਤੇ ਸਰਕਾਰ ਨੂੰ ਤੁਰੰਤ ਕਰੋੜਾਂ ਰੁਪਏ ਦਾ ਡੀਏ ਜਾਰੀ ਕਰਨਾ ਪਵੇਗਾ। ਦੂਜੀ ਸੰਭਾਵਨਾ ਇਹ ਹੋ ਸਕਦੀ ਹੈ ਕਿ ਅਦਾਲਤ ਸਰਕਾਰ ਨੂੰ ਇੱਕ ਆਖਰੀ ਮੌਕਾ ਦਿੰਦੇ ਹੋਏ ਡੀਏ ਦੇ ਭੁਗਤਾਨ ਲਈ ਕੋਈ ਖਾਸ ਸਮਾਂ ਸੀਮਾ ਜਾਂ ਕਿਸ਼ਤਾਂ ਦਾ ਫਾਰਮੂਲਾ ਤੈਅ ਕਰ ਦੇਵੇ। ਪਰ ਇੱਕ ਗੱਲ ਬਿਲਕੁਲ ਸਾਫ਼ ਹੈ, ਹੁਣ ਤੱਕ ਦੇ ਹਾਈ ਕੋਰਟ ਦੇ ਰੁਖ ਤੋਂ ਇਹ ਸੰਕੇਤ ਮਿਲ ਰਹੇ ਨੇ ਕਿ ਸਰਕਾਰ ਨੂੰ ਸਟੇ ਮਿਲਣੀ ਲਗਭਗ ਅਸੰਭਵ ਹੈ। ਅੱਜ ਦਾ ਦਿਨ ਪੰਜਾਬ ਦੇ ਮੁਲਾਜ਼ਮਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾ ਸਕਦਾ ਹੈ। ਜਿਵੇਂ ਹੀ ਅੱਜ ਦੀ ਸੁਣਵਾਈ ਦੀ ਕੋਈ ਵੀ ਖਬਰ ਅੰਦਰੋਂ ਨਿਕਲ ਕੇ ਸਾਹਮਣੇ ਆਵੇਗੀ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਵਾਂਗੇ।